ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਪੰਜਾਬ ਦੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਾਧ ਸੰਗਤ ਜੀ, ਜਿਵੇਂ-ਜਿਵੇਂ ਸੱਭਿਅਤਾ ਦਾ ਵਿਕਾਸ ਹੋਇਆ, ਧਰਮ ਨੇ ਵੀ ਵਿਕਾਸ ਫੜਿਆ ਤੇ ਲੋਕਾਂ ਵਿੱਚ ਹੌਲੀ-ਹੌਲੀ ਐਜੂਕੇਸ਼ਨ ਦਾ ਵਿਸਤਾਰ ਹੋਇਆ। ਪਰ ਕਾਗਜ਼ੀ ਐਜੂਕੇਸ਼ਨ ਜਾਂ ਕਿਤਾਬੀ ਐਜੂਕੇਸ਼ਨ ਲੈ ਕੇ ਸਮਾਜ ਅਤੇ ਧਰਮ ਬਹੁਤ ਪਿੱਛੇ ਰਹਿ ਗਿਆ। ਇਹਦਾ ਇਹੀ ਕਾਰਨ ਹੈ ਕਿ ਅੱਜ ਬੱਚਾ ਮਾਂ ਪਿਓ ਅੱਗੇ ਬੋਲਦਾ ਹੈ ਜਾਂ ਇੱਜ਼ਤ ਨਹੀਂ ਕਰਦਾ। ਇਵੇਂ ਹੀ ਧਰਮ ਦੀ ਘੱਟ ਜਾਣਕਾਰੀ ਜਾਂ ਨਾ ਜਾਣਕਾਰੀ ਹੋਣ ਕਰਕੇ ਅੱਜ ਇਨਸਾਨ ਰੱਬ ਜਾਂ ਧਰਮ ਨੂੰ ਵੀ ਇਫ ਐਂਡ ਬਟ ਦੇ ਘੇਰੇ ਵਿੱਚ ਲਿਆਉਣ ਦੇ ਉਤਾਰੂ ਹੋ ਗਿਆ ਹੈ। ਇਨਸਾਨ ਧਰਮ ਦੀ ਦੁਨੀਆ ਵਿੱਚ ਵੀ ਚਾਹੁੰਦਾ ਹੈ ਕਿ ਮੇਰੇ ਵਾਸਤੇ ਧਰਮ ਕਿਸੇ ਬੇਜਾਨ ਖਿਡੌਣੇ ਵਾਂਗ ਹੋਵੇ। ਧਰਮ ਦੀ ਆਪਣੀ ਕੋਈ ਮਰਿਆਦਾ ਨਾ ਹੋਵੇ ਤਾਂ ਕਿ ਮੇਰੇ ਤੇ ਕੋਈ ਪਾਬੰਦੀ ਨਾ ਲਗਾ ਸਕੇ ਜਿਸ ਦਾ ਕਿ ਮੈਨੂੰ ਧਿਆਨ ਰੱਖਣਾ ਪਵੇ। ਧਰਮ ਮੇਰੀ ਮੁੱਠੀ ਦਾ ਖਿਡੌਣਾ ਹੋਵੇ ਜਿਸ ਨਾਲ ਖੇਡਾਂ ਦੀ ਮਰਿਆਦਾ ਜਿਵੇਂ ਚਾਹਾਂ ਖੇਡਾਂ, ਜਿਵੇਂ ਚਾਵੇਂ ਬਣਾਵਾਂ, ਜਿਵੇਂ ਚਾਵੇਂ ਤੋੜ ਦੇਵਾਂ, ਜਿਵੇਂ ਚਾਹਾਂ ਸੁੱਟ ਦੇਵਾਂ। ਮੇਰੀ ਦੁਨੀਆ ਦੇ ਧੰਦੇ ਵਿੱਚ ਧਰਮ ਦਾ ਕੋਈ ਰੋਲ ਨਾ ਹੋਵੇ। ਸ਼ਾਮ ਨੂੰ ਗੁਰਦੁਆਰੇ ਜਾ ਕੇ ਫਿਰ ਉਸੇ ਹੀ ਧਰਮ ਦੇ ਨਾਲ ਫਿਰ ਖੇਡਾਂ। ਪਰ ਜਿਉਂਦਾ ਧਰਮ ਬੋਲਦਾ ਹੈ ਕਿ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 488 ਤੇ ਇਹ ਤੁਕ ਦਰਜ ਹੈ। ਬਸ ਇਹੋ ਜਿਹੀਆਂ ਬਣਾਵਟੀ ਵਸਤੂਆਂ ਵਿੱਚ ਘਿਰਿਆ ਹੋਇਆ ਇਨਸਾਨ ਜੀਵਨ ਵਿੱਚੋਂ ਕਾਦਰਾਂ ਅਤੇ ਕੁਦਰਤ ਦੋਵਾਂ ਨੂੰ ਗਵਾ ਬੈਠਦਾ ਹੈ। ਕਲਯੁਗ ਦਾ ਐਸਾ ਦੌਰ ਆਇਆ ਹੈ ਕਿ ਸਭ ਕੁਝ ਲੱਗੇ ਹਨੇਰੇ ਵਿੱਚ। ਲੋਕ ਕਹਿੰਦੇ ਰੱਬ ਵਸਦਾ ਹੈ ਤੇਰੇ ਮੇਰੇ ਵਿੱਚ। ਭਾਵੇਂ ਵਸਦਾ ਹੈ ਤੇਰੇ ਮੇਰੇ ਵਿੱਚ, ਫਿਰ ਕਿਉਂ ਹੈ ਸਵਾਲਾਂ ਦੇ ਘੇਰੇ ਵਿੱਚ? ਕਿਉਂ ਲੋੜ ਪੈਣ ਤੇ ਬੌੜਦਾ ਨਹੀਂ ਜੇ ਹੈਗਾ ਹੈ ਚਾਰ ਚਫੇਰੇ ਵਿੱਚ? ਪਿਆਰੀ ਸਾਧ ਸੰਗਤ ਜੀ, ਭਾਵੇਂ ਇਹ ਸੱਚ ਹੈ ਕਿ ਇਹ ਅਸਲ ਜੀਵਨ ਕਿਸੇ ਡਰਾਮੇ ਜਾਂ ਫਿਲਮ ਵਾਂਗ ਨਹੀਂ ਹੈ ਕਿ ਕੋਈ ਰੱਬ ਦਾ ਭਗਤ ਕਿਸੇ ਵੀ ਮੁਸੀਬਤ ਵਿੱਚ ਫਸੇ ਹੋਏ ਨੂੰ ਆ ਕੇ ਦੇਵਤੇ ਵਾਂਗ ਜਾਂ ਕਿਸੇ ਫਿਲਮੀ ਸਟੰਟ ਵਾਂਗ ਉਹਨੂੰ ਬਚਾ ਲਵੇਗਾ ਤੇ ਆਪਣੇ ਹੱਥ ਨਾਲ ਚਮਤਕਾਰ ਕਰਕੇ ਉਸ ਭਗਤ ਦੇ ਸਾਰੇ ਕਸ਼ਟ ਕੱਟ ਦੇਵੇਗਾ। ਜੇ ਦੇਖਿਆ ਜਾਵੇ ਤਾਂ ਅਸਲ ਦੁਨੀਆ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ। ਅਸੀਂ ਕਿੱਥੋਂ ਆਏ ਹਾਂ, ਕਿੱਥੇ ਜਾਣਾ ਹੈ, ਸਾਨੂੰ ਕਿਸ ਨੇ ਬਣਾਇਆ ਹੈ ਵਰਗੇ ਕਈ ਸਵਾਲ ਖੜੇ ਹੁੰਦੇ ਨੇ। ਤੇ ਉਸ ਵੇਲੇ ਸਾਡੇ ਮਨਾਂ ਵਿੱਚ ਇਹ ਸੋਚ ਵੀ ਆਉਂਦੀ ਹੈ ਕਿ ਸਾਨੂੰ ਬਣਾਉਣ ਵਾਲਾ ਕੋਈ ਸੁਪਰੀਮ ਪਾਵਰ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਅਤੇ ਉਹ ਖੁਦ ਹੀ ਸਾਰੇ ਸਵਾਲਾਂ ਦਾ ਜਵਾਬ ਦੇ ਸਕਦਾ ਹੈ। ਭਾਵ ਉਸ ਦੀ ਸ਼ਰਨ ਵਿੱਚ ਜਾਣ ਨਾਲ ਖੁਦ ਬ ਖੁਦ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਵੇਗਾ, ਕਿਉਂਕਿ ਸਾਰਾ ਕੁਝ ਉਸ ਸੁਪਰੀਮ ਪਾਵਰ ਜਿਸ ਨੂੰ ਕਿ ਭਗਵਾਨ ਜਾਂ ਰੱਬ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨਾਵਾਂ ਨਾਲ ਜਾਣਿਆ ਜਾਂਦਾ ਹੈ ਨੇ ਹੀ ਬਣਾਇਆ ਹੈ। ਪਰ ਕੁਝ ਸਿਧਾਂਤ ਇਸ ਸਿਧਾਂਤ ਦੇ ਵਿਸ਼ਵਾਸ ਨਹੀਂ ਕਰਦੇ ਬਲਕਿ ਇਸ ਨੂੰ ਝੂਠ ਦੱਸਦੇ ਨੇ। ਸਟੀਫਨ ਹਾਕਿੰਸ ਦੀ ਪੁਸਤਕ ਯੂਨੀਵਰਸ ਫਰੋਮ ਨਥਿੰਗ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਅਸੀਂ ਕਿੱਥੋਂ ਆਏ ਹਾਂ ਜਾਂ ਸੰਸਾਰ ਕਿਸ ਤਰ੍ਹਾਂ ਬਣਿਆ ਹੈ। ਇਹਨਾਂ ਸਵਾਲਾਂ ਦੀ ਖੋਜ ਲਈ ਸਾਨੂੰ ਰੱਬ ਦੀ ਸ਼ਰਨ ਵਿੱਚ ਜਾਣ ਦੀ ਕੋਈ ਲੋੜ ਨਹੀਂ। ਹਾਕਿੰਗ ਅਨੁਸਾਰ ਭੌਤਿਕ ਵਿਗਿਆਨ ਦੇ ਨਿਯਮ ਹੀ ਸੰਸਾਰ ਦਾ ਭਗਵਾਨ ਨੇ। ਭਾਵ ਹਾਕਿੰਗ ਅਨੁਸਾਰ ਸੰਸਾਰ ਨੂੰ ਕਿਸੇ ਭਗਵਾਨ ਨੇ ਨਹੀਂ ਬਣਾਇਆ ਬਲਕਿ ਇਹ ਆਪਣੇ ਕਾਇਦੇ ਕਾਨੂੰਨ ਰਾਹੀਂ ਖੁਦ ਬ ਖੁਦ ਪ੍ਰਗਟ ਹੋਇਆ ਹੈ, ਬਣਿਆ ਹੈ। ਇਹੋ ਜਿਹਾ ਨਹੀਂ ਹੈ ਕਿ ਸਿਰਫ ਹਾਕਿੰਗ ਹੀ ਅਜਿਹੇ ਪਹਿਲੇ ਪੁਰਸ਼ ਨੇ ਜਿਨ੍ਹਾਂ ਰੱਬ ਨੂੰ ਚੈਲੰਜ ਕੀਤਾ ਹੈ। ਇਸ ਤੋਂ ਇਲਾਵਾ ਵੀ ਕਈ ਹੋਰ ਵੀ ਐਸੇ ਹਨ ਜਿਨ੍ਹਾਂ ਦੀ ਸੋਚਣੀ ਅਨੁਸਾਰ ਇਹ ਸੱਚ ਹੈ ਕਿ ਰੱਬ ਨਹੀਂ ਹੈ। ਪ੍ਰਸਿੱਧ ਵਿਗਿਆਨੀ ਕਾਰਲ ਮੈਗਨ ਅਨੁਸਾਰ ਕਿਸੇ ਵੀ ਸਵਾਲ ਦਾ ਆਖਰੀ ਜਵਾਬ ਭਗਵਾਨ ਨਹੀਂ ਹੋ ਸਕਦਾ, ਕਿਉਂਕਿ ਜਿਸ ਤਰ੍ਹਾਂ ਕਿ ਅਸੀਂ ਸੋਚਦੇ ਹਾਂ ਕਿ ਸਭ ਕੁਝ ਭਗਵਾਨ ਨੇ ਬਣਾਇਆ ਹੈ, ਪਰ ਇਸ ਤੋਂ ਅੱਗੇ ਇਹ ਵੀ ਸਵਾਲ ਖੜਾ ਹੋ ਜਾਂਦਾ ਹੈ ਕਿ ਭਗਵਾਨ ਨੂੰ ਕਿਸ ਨੇ ਬਣਾਇਆ ਹੈ। ਜਿਸ ਤਰ੍ਹਾਂ ਕਿ ਹਾਕਿਮ ਦਾ ਕਹਿਣਾ ਹੈ ਕਿ ਸਭ ਕੁਝ ਆਪਣੇ ਕਾਇਦੇ ਕਾਨੂੰਨ ਨਾਲ ਖੁਦ ਬ ਖੁਦ ਬਣਿਆ ਹੈ। ਹਾਕਿਮ ਅਤੇ ਕਾਰਲ ਮੈਗਨ ਦੇ ਸਿਧਾਂਤ ਦੀ ਪਰਿਸਥਿਤੀ ਵਿੱਚ ਪਹੁੰਚ ਕੇ ਸਾਡਾ ਮਨ ਹੋਰ ਵੀ ਭੰਬਲ ਭੂਸੇ ਵਾਲੇ ਸਵਾਲਾਂ ਵਿੱਚ ਘਿਰ ਜਾਂਦਾ ਹੈ ਕਿ ਇਹ ਕੁਦਰਤ ਦੇ ਕਾਇਦੇ ਕਾਨੂੰਨ ਬਣਾਉਣ ਵਾਲਾ ਫਿਰ ਕੌਣ ਹੈ। ਹਾਂ, ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਵਿਗਿਆਨ ਨੇ ਕੁਦਰਤ ਦੇ ਬਾਰੇ ਜਾਣਨ ਦਾ ਯਤਨ ਕੀਤਾ ਹੈ। ਪਹਿਲਾਂ ਧਰਤੀ ਵਿੱਚ ਖਿੱਚ ਬਲ ਦੀ ਸ਼ਕਤੀ ਹੋਣ ਬਾਰੇ ਕਿਸੇ ਨੂੰ ਅੰਦਾਜ਼ਾ ਜਾਂ ਸੂਝ ਨਹੀਂ ਸੀ। ਬਾਅਦ ਵਿੱਚ ਧਰਤੀ ਵਿੱਚ ਖਿੱਚ ਬਲ ਹੁੰਦਾ ਹੈ ਅਤੇ ਧਰਤੀ ਉੱਪਰ ਗਈ ਚੀਜ਼ ਨੂੰ ਆਪਣੇ ਵੱਲ ਖਿੱਚਦਾ ਹੈ, ਭਾਵ ਇਸ ਵਿੱਚ ਖਿੱਚ ਬਲ ਹੈ ਦਾ ਸਿਧਾਂਤ ਵੀ ਹੋਂਦ ਵਿੱਚ ਆ ਗਿਆ। ਇਸ ਸਿਧਾਂਤ ਦਾ ਕਰਤਾ ਧਰਤਾ ਨਿਊਟਨ ਨੂੰ ਮੰਨਿਆ ਜਾਂਦਾ ਹੈ। ਮਨੁੱਖ ਕੀ ਹੈ, ਕੁਦਰਤ ਕੀ ਹੈ, ਰੱਬ ਜਾਂ ਭਗਵਾਨ ਕੀ ਹੈ ਵਰਗੇ ਖਾਸ ਸਵਾਲਾਂ ਦਾ ਜਵਾਬ ਲੱਭਣਾ ਵੀ ਬਹੁਤ ਜ਼ਰੂਰੀ ਹੈ। ਭੂ ਵਿਗਿਆਨੀ
ਦੀ ਨੀਂਹ ਰੱਖਣ ਵਾਲੇ ਜੇਮਸ ਹਟਨ ਦਾ ਮੰਨਣਾ ਹੈ ਕਿ ਧਰਤੀ ਕੁਦਰਤੀ ਤਾਕਤਾਂ ਦਾ ਉਤਪਾਦ ਹੈ। ਕਈ ਵਾਰੀ ਅਸੀਂ ਕੁਦਰਤ ਅਤੇ ਰੱਬ ਜਾਂ ਭਗਵਾਨ ਦਾ ਇੱਕੋ ਅਰਥ ਲੈ ਕੇ ਕੁਦਰਤ ਅਤੇ ਰੱਬ ਵਿਚਕਾਰ ਭੇਦ ਵੀ ਖਤਮ ਕਰ ਦਿੰਦੇ ਹਾਂ। ਪਰ ਕੁਦਰਤ ਅਤੇ ਪਰਮਾਤਮਾ ਜਾਂ ਰੱਬ ਦਾ ਸੰਬੰਧ ਖੋਜੀ ਅਤੇ ਖੋਜ ਵਰਗਾ ਹੁੰਦਾ ਹੈ। ਪਰਮਾਤਮਾ ਨੂੰ ਖੋਜੀ ਭਾਵ ਇਨਵੈਂਟਰ ਅਤੇ ਕੁਦਰਤ ਨੂੰ ਉਸ ਦੀ ਖੋਜ ਯਾਨੀ ਕਿ ਇਨਵੈਂਸ਼ਨ ਕਿਹਾ ਜਾਂਦਾ ਹੈ। ਅਸਲ ਵਿੱਚ ਜਦੋਂ ਅਸੀਂ ਇਨਸਾਨ ਕੀ ਹੈ ਦੀ ਪਰਿਭਾਸ਼ਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹ ਹੀ ਗੱਲ ਸਾਹਮਣੇ ਆਉਂਦੀ ਹੈ ਕਿ ਇਨਸਾਨ ਉਹ ਹੈ ਜੋ ਜਾਨਵਰ ਨਹੀਂ ਹੈ। ਫਿਰ ਜਾਨਵਰ ਜਾਂ ਇਨਸਾਨ ਦਾ ਸਵਾਲ ਖੜਾ ਹੋ ਜਾਂਦਾ ਹੈ। ਫਿਰ ਉਹਨਾਂ ਦੇ ਕਰਮਾਂ ਜਾਂ ਗੁਣਾਂ ਦੇ ਆਧਾਰ ਤੇ ਇਨਸਾਨ ਜਾਂ ਜਾਨਵਰ ਦੀ ਪਰਿਭਾਸ਼ਾ ਨਿਰਧਾਰਿਤ ਕਰ ਦਿੱਤੀ ਜਾਂਦੀ ਹੈ। ਫਿਰ ਚੰਗੇ ਜਾਂ ਮਾੜੇ ਗੁਣ ਜਾਂ ਕਰਮ ਕੀ ਹਨ ਦਾ ਸਵਾਲ ਪੈਦਾ ਹੋ ਜਾਂਦਾ ਹੈ। ਚੰਗਾ ਉਹ ਮੰਨ ਲਿਆ ਜਾਂਦਾ ਹੈ ਜੋ ਭਲੇ ਕਰਮ ਕਰਦਾ ਹੈ ਜਾਂ ਜਿਸ ਦੇ ਕਰਮ ਚੰਗੇ ਹੋਣ, ਅਤੇ ਮੰਦੇ ਕਰਮ ਵਾਲੇ ਨੂੰ ਮਾੜਾ ਗਿਣਿਆ ਜਾਂਦਾ ਹੈ। ਹੁਣ ਜਿਸ ਨੂੰ ਜ਼ਿਆਦਾਤਰ ਦੁਨੀਆ ਮਾੜਾ ਮੰਨਦੀ ਹੈ ਜਾਂ ਕਹਿੰਦੀ ਹੈ ਕਿ ਉਹ ਮਾੜਾ ਹੈ, ਜੇਕਰ ਇਸ ਪਰਿਭਾਸ਼ਾ ਨੂੰ ਮੰਨ ਲਿਆ ਜਾਵੇ ਤੇ ਸਾਡਾ ਧਿਆਨ ਗੁਰੂ ਮਹਾਂਪੁਰਸ਼ਾਂ ਵੱਲ ਜਾਂਦਾ ਹੈ ਤਾਂ ਸਵਾਲ ਉੱਠਦਾ ਹੈ ਕਿ ਉਹਨਾਂ ਦੇ ਕਰਮ ਚੰਗੇ ਨਹੀਂ ਸਨ, ਜਿਸ ਕਰਕੇ ਕਿ ਬਹੁਤੀ ਦੁਨੀਆ ਉਹਨਾਂ ਦੀ ਦੁਸ਼ਮਣ ਬਣ ਗਈ ਤੇ ਉਹਨਾਂ ਨੂੰ ਤਸੀਹੇ ਦਿੰਦੀ ਰਹੀ ਤੇ ਬਾਅਦ ਵਿੱਚ ਉਹਨਾਂ ਤੋਂ ਹੀ ਆਪਣੇ ਸੁੱਖਾਂ ਦੀ ਕਾਮਨਾ ਕਰਕੇ ਉਹਨਾਂ ਦੀਆਂ ਫੋਟੋਆਂ ਮੂਰਤੀਆਂ ਬਣਾ ਕੇ ਉਹਨਾਂ ਅੱਗੇ ਧੂਫ ਦਿਖਾ ਕੇ ਉਹਨਾਂ ਦੀ ਪੂਜਾ ਆਰਾਧਨਾ ਕਰਨੀ ਸ਼ੁਰੂ ਕਰ ਦਿੱਤੀ। ਦੂਰ ਕੀ ਜਾਣਾ, ਆਪਣੇ ਗਲੀ ਮੁਹੱਲੇ ਘਰ ਪਰਿਵਾਰ ਪਿੰਡ ਸ਼ਹਿਰ ਜਾਂ ਦੇਸ਼ ਦੀ ਹੀ ਗੱਲ ਕਰ ਲਓ, ਉੱਥੇ ਹੀ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ। ਫਿਰ ਅਜਿਹੀ ਪਰਿਸਥਿਤੀ ਵਿੱਚ ਕੋਈ ਰੱਬ ਜਾਂ ਭਗਵਾਨ ਉਹਨਾਂ ਦੀ ਧੌਣ ਕਿਉਂ ਨਹੀਂ ਵੱਢਦਾ? ਫਿਰ ਜਿਸ ਸੱਚ ਬੋਲਣ ਵਾਲੇ ਦਾ ਜਗਤ ਵੈਰੀ ਹੁੰਦਾ ਹੈ ਉਸ ਦੇ ਦੁੱਖਾਂ ਨੂੰ ਪਿਛਲੇ ਜਨਮ ਦੇ ਕੀਤੇ ਬੁਰੇ ਕੰਮਾਂ ਨਾਲ ਜੋੜਤਾ ਜਾਂਦਾ ਹੈ। ਹਾਂ, ਜੇਕਰ ਉਹ ਬੁਰੇ ਸਨ ਤਾਂ ਇਹ ਦੁਨੀਆ ਉਹਨਾਂ ਕੋਲੋਂ ਆਪਣੇ ਸੁੱਖਾਂ ਦੀ ਕਾਮਨਾ ਕਿਉਂ ਕਰਦੀ ਹੈ, ਮੱਥੇ ਕਿਉਂ ਟੇਕਦੀ ਹੈ? ਅਜਿਹੀ ਪਰਿਸਥਿਤੀ ਦੇ ਚੱਕਰਵਿਊਹ ਨੂੰ ਸਮਝਣਾ ਬਹੁਤ ਹੀ ਮੁਸ਼ਕਲ ਜਾਪਦਾ ਹੈ। ਕਹਿੰਦੇ ਨੇ ਕਿ ਰੱਬ ਚੰਗੇ ਲੋਕਾਂ ਦੀ ਪ੍ਰੀਖਿਆ ਲੈਂਦਾ ਹੈ। ਰੱਬ ਚੰਗੇ ਲੋਕਾਂ ਦੀ ਪ੍ਰੀਖਿਆ ਕਿਉਂ ਲੈਂਦਾ ਹੈ? ਕਿ ਰੱਬ ਨੂੰ ਮਾੜੇ, ਦੁਸ਼ਟ, ਭ੍ਰਸ਼ਟ, ਨਜਾਇਜ਼ ਪਦੈਸ਼ ਲੋਕਾਂ ਨੂੰ ਡਰ ਲੱਗਦਾ ਹੈ? ਇਹਨਾਂ ਸਵਾਲਾਂ ਨਾਲ ਆਮ ਲੋਕਾਂ ਦੇ ਮਨਾਂ ਵਿੱਚ ਰੱਬ ਦੀ ਹੋਂਦ ਜਾਂ ਅਣਹੋਂਦ ਪ੍ਰਤੀ ਸਵਾਲ ਖੜੇ ਹੋ ਜਾਂਦੇ ਨੇ। ਕਈ ਵਾਰੀ ਤਾਂ ਡੇਰੇਦਾਰਾਂ ਨੂੰ ਹੀ ਰੱਬ ਮੰਨ ਕੇ ਉਹਨਾਂ ਦੇ ਨਾਂ ਨਾਲ ਮਨ ਘੜਨ ਚਮਤਕਾਰ ਨੂੰ ਜੋੜ ਕੇ ਉਹਨਾਂ ਇਨਸਾਨੀਅਤ ਲਈ ਇੱਕ ਬਹੁਤ ਵੱਡਾ ਖਤਰਾ ਪੈਦਾ ਕਰ ਲੈਂਦੇ ਨੇ। ਮਹਾਭਾਰਤ ਦੀ ਕਹਾਣੀ ਕੂਕ ਕੇ ਦੁਹਾਈ ਪਾਉਂਦੀ ਹੈ ਕਿ ਸ਼੍ਰੀ ਕ੍ਰਿਸ਼ਨ ਭਗਵਾਨ ਲਾਜ ਬਚਾਉਣ ਆਉਂਦੇ ਨੇ, ਪਰ ਅੱਜ ਕਿੰਨੇ ਰੇਪ ਹੋ ਰਹੇ ਨੇ। ਐਸੀਆਂ ਘਟਨਾਵਾਂ ਸੁਣ ਕੇ ਆਮ ਲੋਕਾਂ ਦਾ ਦਿਲ ਪਸੀਜ ਜਾਂਦਾ ਹੈ। ਇਨਸਾਨੀਅਤ ਦਾ ਰੇਪ ਹੋ ਰਿਹਾ ਹੈ, ਪਰ ਕ੍ਰਿਸ਼ਨ ਅੱਜ ਕਿਉਂ ਨਹੀਂ ਬੋੜਦਾ ਕਿ ਅੱਜ ਕ੍ਰਿਸ਼ਨ ਦੇ ਸੁਦਰਸ਼ਨ ਚੱਕਰ ਨੂੰ ਜੰਗ ਲੱਗ ਗਿਆ ਹੈ, ਜਿਹੜਾ ਆਪਣੀ ਕਰਾਮਾਤ ਦਿਖਾਉਣ ਦੇ ਯੋਗ ਨਹੀਂ ਰਿਹਾ। ਗਿਆਨ ਨੂੰ ਜਲਾਉਣ ਦਾ ਹੀਆ ਕਰਨਾ ਤਾਂ ਹਰ ਇੱਕ ਦੇ ਬਹਾਦਰੀ ਲੱਗਦਾ ਹੈ, ਮਾਣ ਹੁੰਦਾ ਹੈ, ਪਰ ਕੀ ਕਦੇ ਸ਼ੈਤਾਨੀ ਰੋਸ਼ਨੀ ਨੂੰ ਖਤਮ ਕਰਕੇ ਕਿਸੇ ਨੇ ਮਾਣ ਮਹਿਸੂਸ ਕਰਨ ਲਈ ਕੋਸ਼ਿਸ਼ ਤੱਕ ਕੀਤੀ ਹੈ? ਜਿਸ ਰਾਵਣ ਨੇ ਕਾਲ ਭਾਵ ਸਮੇਂ ਤੱਕ ਬੰਨ੍ਹਿਆ ਹੋਇਆ ਸੀ, 4 ਵੇਦਾਂ ਦਾ ਗਿਆਤਾ ਸੀ, ਗਿਆਨ ਦੀ ਮੂਰਤ ਸੀ, ਜਿਸ ਦੀ ਬਣਾਈ ਹੋਈ ਜੰਤਰੀ ਨੇ ਸਾਲ, ਮਹੀਨੇ, ਦਿਨ, ਘੰਟੇ, ਇੱਥੋਂ ਤੱਕ ਕਿ ਮਿੰਟ ਬੰਨੇ ਹੋਏ ਸੀ, ਉਸ ਦੀ ਤੁਲਨਾ ਬੁਰਾਈ ਨਾਲ ਕਰਕੇ ਉਸ ਨੂੰ ਹਰ ਸਾਲ ਜਲਾਇਆ ਜਾਣਾ ਕਿਸ ਸੱਚਾਈ ਦੀ ਇੱਜ਼ਤ ਦਾ ਪ੍ਰਤੀਕ ਹੈ? ਰਾਵਣ ਦੀ ਭੈਣ ਜੋ ਕਿ ਇੱਕ ਔਰਤ ਸੀ ਦਾ ਨੱਕ ਕੱਟਣਾ ਕਿਸ ਬਹਾਦਰੀ ਦਾ ਸਬੂਤ ਹੈ? ਰਾਵਣ ਦਾ ਸੀਤਾ ਨਾਲ ਕੋਈ ਦੁਰਵਿਵਹਾਰ ਨਾ ਕਰਨਾ ਸਬੂਤ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਮੌਜੂਦ ਨਹੀਂ ਹੈ ਕਿ ਰਾਵਣ ਨੇ ਸੀਤਾ ਨਾਲ ਦੁਰਵਿਵਹਾਰ ਕੀਤਾ ਹੋਵੇ। ਕਿ ਕਦੇ ਕਿਸੇ ਨੇ ਇਹ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਮਹਾਰਿਸ਼ੀ ਸੰਭੂਕ ਜਿਹੇ ਗੁਰੂ ਗਿਆਨ ਦੇਣ ਵਾਲੇ, ਸੱਚ ਦਾ ਪ੍ਰਚਾਰ ਕਰਨ ਵਾਲੇ ਮਹਾਨ ਰਿਸ਼ੀ ਦਾ ਦਿਨ ਦਿਹਾੜੇ ਕਤਲ ਕਿਸ ਬਹਾਦਰੀ ਦਾ ਕੰਮ ਸੀ? ਜੇਕਰ ਦਿਮਾਗ ਹੈ ਤਾਂ ਖੁਦ ਸੋਚ ਕੇ ਦੇਖੋ ਕਿ ਕਤਲ ਦੇ ਤਾਂ ਅਸਲ ਵਿੱਚ ਭਗਵਾਨ ਦਾ ਹੀ ਹੋ ਰਿਹਾ ਹੈ। ਫਿਰ ਜੇਕਰ ਭਗਵਾਨ ਦਾ ਵਾਰ-ਵਾਰ ਕਤਲ ਹੋ ਰਿਹਾ ਹੈ ਤਾਂ ਫਿਰ ਉਹ ਜਿੰਦਾ ਕਿਵੇਂ ਰਹਿ ਸਕਦਾ ਹੈ? ਦੇਖਿਆ ਜਾਵੇ ਤਾਂ ਹਰ ਪਾਸੇ ਤਾਂ ਸ਼ੈਤਾਨ ਦਾ ਹੀ ਸਿੱਕਾ ਚੱਲਦਾ ਦਿਸਦਾ ਹੈ। ਇਹ ਵੀ
ਧਾਰਨਾ ਕੰਮ ਕਰਦੀ ਹੋਈ ਨਜ਼ਰ ਪੈਂਦੀ ਹੈ ਕਿ ਸਾਰੀ ਸ੍ਰਿਸ਼ਟੀ ਦੀ ਸਾਜਨਾ ਪਰਮਾਤਮਾ ਨੇ ਕੀਤੀ ਹੈ। ਭਾਵ ਚੰਗਾ ਬੁਰਾ, ਸੱਚਾ ਝੂਠਾ, ਸਤਜੁਗ ਕਲਯੁਗ ਤੇ ਹੋਰ ਪਤਾ ਨਹੀਂ ਕਿੰਨੇ ਯੁੱਗ, ਸਾਰਾ ਕੁਝ ਪਰਮਾਤਮਾ ਦੀ ਸਿਰਜਣਾ ਦਾ ਹੀ ਹੈ। ਫਿਰ ਇਸ ਪ੍ਰਚਿਤੀ ਵਿੱਚ ਕੀ ਪਰਮਾਤਮਾ ਇੱਕ ਨੇਤਾ ਵਾਂਗ ਨਹੀਂ ਕੰਮ ਕਰ ਰਿਹਾ ਜੋ ਲੋਕਾਂ ਨੂੰ ਆਪਸ ਵਿੱਚ ਲੜਨ ਰੱਖਣ ਲਈ ਵਿਸ਼ਵਾਸ ਰੱਖਦਾ ਹੈ? ਅਜਿਹੇ ਸਵਾਲ ਮਨ ਵਿੱਚ ਖੜੇ ਹੁੰਦੇ ਨੇ ਕਿ ਰੱਬ, ਭਗਵਾਨ ਜਾਂ ਦੂਸਰੇ ਸ਼ਬਦਾਂ ਵਿੱਚ ਪਰਮਾਤਮਾ ਜਾਂ ਪਰਮੇਸ਼ਵਰ ਵੀ ਸ਼ੱਕ ਦੇ ਘੇਰੇ ਵਿੱਚ ਆ ਜਾਂਦਾ ਹੈ। ਉਹ ਬੁਰਾਈ ਵੇਖ ਕੇ ਕੁਝ ਕਰ ਗੁਜ਼ਰਨ ਦੀ ਹਿੰਮਤ ਨਹੀਂ ਰੱਖਦਾ, ਸਗੋਂ ਇੱਕ ਤਮਾਸ਼ਬੀਨ ਬਣ ਕੇ ਇੱਕ ਪਾਸੇ ਖੜਾ ਹੋ ਕੇ ਤਮਾਸ਼ਾ ਹੀ ਵੇਖਦਾ ਰਹਿੰਦਾ ਹੈ। ਬਸ ਜੀ ਗੱਲ ਕਿ ਬੰਦਾ ਸਵਾਲਾਂ ਦੇ ਤਾਣੇ ਬਾਣੇ ਵਿੱਚ ਉਲਝ ਕੇ ਰਹਿ ਗਿਆ ਹੈ। ਇਹੀ ਅਸਲ ਜੀਵਨ ਬਣ ਗਿਆ ਹੈ। ਗਧੇ ਨੂੰ ਬਾਪ ਕਹਿ ਦਿਓ ਤਾਂ ਰੱਬ ਤੇ ਦੁਨੀਆ ਦੋਵੇਂ ਰਾਜੀ ਹੋ ਜਾਂਦੇ ਨੇ। ਫਿਰ ਅਜਿਹਾ ਕਿਹੜਾ ਰੱਬ ਜਾਂ ਭਗਵਾਨ ਹੋ ਸਕਦਾ ਹੈ ਜਿਹੜਾ ਇਨਸਾਨ ਨਾਲੋਂ ਗਧਿਆਂ ਦੇ ਰਾਜ ਨੂੰ ਹੀ ਪਹਿਲੇ ਆਧਾਰ ਤੇ ਦੇਖਦਾ ਹੈ? ਇਨਸਾਨੀਅਤ ਖਤਮ ਹੋਣ ਵਾਲੀ ਪ੍ਰਸਥਿਤੀ ਪੈਦਾ ਹੋਣ ਨਾਲ ਰੱਬ, ਭਗਵਾਨ ਜਾਂ ਪਰਮਾਤਮਾ ਦੀ ਹੋਂਦ ਤੇ ਵੀ ਸਵਾਲੀਆ ਨਿਸ਼ਾਨ ਲੱਗ ਚੁੱਕਾ ਹੈ। ਸਾਧ ਸੰਗਤ ਜੀ, ਤੁਸੀਂ ਹਰ ਰੋਜ਼ ਗੱਲ ਪੰਜਾਬ ਦੀ ਟੀਵੀ ਦੇਖਦੇ ਹੋ, ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ। ਬੇਨਤੀ ਹੈ ਕਿ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰਕੇ ਰੋਜ਼ਾਨਾ ਨੋਟੀਫਿਕੇਸ਼ਨ ਲੈਣ ਲਈ ਬੈਲ ਆਈਕਨ ਦਬਾਓ ਤੇ ਰੋਜ਼ ਤੁਸੀਂ ਸਾਡੇ ਲੇਟੈਸਟ ਪ੍ਰੋਗਰਾਮ ਦੇਖ ਸਕਦੇ ਹੋ। ਸੋ ਇਜਾਜ਼ਤ ਦਿਓ, ਵੇਖਦੇ ਰਹੋ ਟੀਵੀ ਗੱਲ ਪੰਜਾਬ ਦੀ, ਗੱਲ ਸਾਡੀ ਅਤੇ ਸਾਡੇ ਸਾਰਿਆਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਪੰਜਾਬ ਦੀ ਟੀਵੀ ਦੇ ਹਰ ਲੇਟੈਸਟ ਪ੍ਰੋਗਰਾਮ ਨੂੰ ਇੰਜੋਏ ਕਰਨ ਦੇ ਲਈ ਤੁਸੀਂ ਸਾਡੀ ਵੈਬ ਟੀਵੀ ਦੀ ਐਪ ਡਾਊਨਲੋਡ ਕਰ ਸਕਦੇ ਹੋ ਜੀ। ਪਲੇ ਸਟੋਰ ਤੇ ਜਾ ਕੇ ਤੇ ਐਪ ਸਟੋਰ ਤੇ ਜਾ ਕੇ ਤੇ YouTube ਤੇ ਵੀ ਜਨਾਬ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਿਓ ਤਾਂ ਕਿ ਗੱਲ ਪੰਜਾਬ ਦੀ ਟੀਵੀ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ।